ਬੱਚਿਓ, ਅੱਜ ਦਾ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਜਾਣ ਪਛਾਣ ਕਰੀਏ। ਮੇਰਾ ਨਾਮ ਮੁਕੇਸ਼ ਸ਼ਰਮਾ ਹੈ। ਮੈਂ ਸਰਕਾਰੀ ਮਿਡਲ ਸਕੂਲ ਬੱਲੋਪੁਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਬਤੌਰ ਸਾਇੰਸ ਮਾਸਟਰ ਕੰਮ ਕਰ ਰਿਹਾ ਹਾਂ। ਬੱਚਿਓ, ਅੱਜ ਅਸੀਂ 10ਵੀਂ ਜਮਾਤ ਦਾ ਅਧਿਆਇ 3 ਧਾਤਾਂ ਅਤੇ ਅਧਾਤਾਂ ਮੈਟਲਸ ਐਂਡ ਨੌਨ ਮੈਟਲਸ ਬਾਰੇ ਪੜ੍ਹਾਂਗੇ। ਧਾਤਾਂ ਦੀ ਜੇ ਗੱਲ ਕਰੀਏ, ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਇੱਥੇ ਕੁਝ ਧਾਤਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ, ਜਿਵੇਂ ਲੋਹਾ, ਤਾਂਬਾ, ਸੋਨਾ, ਚਾਂਦੀ, ਐਲੂਮੀਨੀਅਮ, ਮੈਗਨੀਸ਼ੀਅਮ ਆਦਿ। ਹੋਰ ਵੀ ਬਹੁਤ ਸਾਰੀਆਂ ਧਾਤਾਂ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਦੇਖੀਆਂ ਹੋਣਗੀਆਂ ਅਤੇ ਵਰਤੀਆਂ ਹੋ ਸਕਦੀਆਂ ਹਨ। ਧਾਤਾਂ ਦੇ ਭੌਤਿਕ ਗੁਣ ਯਾਨੀ ਫਿਜ਼ੀਕਲ ਪ੍ਰੋਪਰਟੀਜ਼ ਆਫ ਮੈਟਲਸ। ਕਿਹੜੇ ਧਾਤਾਂ ਦੇ ਭੌਤਿਕ ਗੁਣ ਹਨ, ਉਹ ਕਿੱਦਾਂ ਦੇ ਸਾਨੂੰ ਧਾਤਾਂ ਦਿਖਦੀਆਂ ਹਨ ਜਾਂ ਕਿੱਦਾਂ ਦੇ ਉਹ ਗੁਣ ਭੌਤਿਕ ਗੁਣ ਰੱਖਦੀਆਂ ਹਨ। ਜਿਵੇਂ ਪਹਿਲਾ ਗੁਣ ਹੈ ਕਠੋਰਤਾ, ਹਾਰਡਨੈਸ। ਧਾਤਾਂ ਆਮ ਤੌਰ 'ਤੇ ਕਠੋਰ ਹੁੰਦੀਆਂ ਹਨ ਅਤੇ ਇਹ ਕਠੋਰਤਾ ਧਾਤਾਂ ਦੀ ਧਾਤ ਦਰ ਧਾਤ ਅਲੱਗ-ਅਲੱਗ ਹੁੰਦੀ ਹੈ, ਵੱਖ-ਵੱਖ ਹੁੰਦੀ ਹੈ, ਯਾਨੀ ਵੱਖ-ਵੱਖ ਧਾਤਾਂ ਵੱਖ-ਵੱਖ ਕਠੋਰਤਾ ਰੱਖਦੀਆਂ ਹਨ। ਜਿਵੇਂ ਬੱਚੇ ਤੁਸੀਂ ਦੇਖਿਆ ਹੋਵੇਗਾ ਕਿ ਸੜਕਾਂ ਦੇ ਉੱਪਰ ਲੋਹੇ ਦੇ ਪੁਲ ਬਣਾਏ ਜਾਂਦੇ ਹਨ। ਉਹ ਕਿਉਂ ਬਣਾਏ ਜਾਂਦੇ ਹਨ? ਉਹ ਇਸੇ ਗੁਣ ਕਠੋਰਤਾ ਗੁਣ ਕਰਕੇ ਬਣਾਏ ਜਾਂਦੇ ਹਨ, ਕਿਉਂਕਿ ਲੋਹਾ ਜਿਹੜਾ ਹੈ ਉਹ ਕਠੋਰ ਹੁੰਦਾ ਹੈ, ਮਜ਼ਬੂਤ ਹੁੰਦਾ ਹੈ। ਇਸੇ ਗੁਣ ਕਰਕੇ ਉਹ ਪੁਲ ਜਿਹੜੇ ਹੈਗੇ ਲੋਹੇ ਦੇ ਬਣਾਏ ਜਾਂਦੇ ਹਨ। ਅਤੇ ਅਗਲਾ ਜਿਹੜਾ ਗੁਣ ਹੈ ਨੰਬਰ 2, ਧਾਤਵੀ ਚਮਕ, ਮਟੈਲਿਕ ਲਸਚਰ। ਬੱਚਿਓ, ਧਾਤਾਂ ਆਪਣੇ ਸ਼ੁੱਧ ਰੂਪ ਵਿੱਚ ਬਹੁਤ ਚਮਕੀਲੀਆਂ ਹੁੰਦੀਆਂ ਹਨ। ਉਹ ਸਾਨੂੰ ਵੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਹਨ। ਇਸੇ ਕਰਕੇ ਸੋਨੇ ਅਤੇ ਚਾਂਦੀ ਦੇ ਗਹਿਣੇ ਬਣਾਏ ਜਾਂਦੇ ਹਨ। ਅਤੇ ਅਗਲਾ ਜਿਹੜਾ ਗੁਣ ਹੈ ਨੰਬਰ 3, ਕੁਟੀਨ ਯੋਗਤਾ, ਮੈਲੀਏਬਿਲਿਟੀ। ਉਹ ਗੁਣ ਜਿਸ ਕਰਕੇ ਧਾਤਾਂ ਨੂੰ ਕੁੱਟ ਕੇ ਪਤਲੀਆਂ ਚਾਦਰਾਂ ਵਿੱਚ ਬਦਲਿਆ ਜਾ ਸਕਦਾ ਹੈ ਨੂੰ ਕੁਟੀਨ ਯੋਗਤਾ ਕਿਹਾ ਜਾਂਦਾ ਹੈ। ਬੱਚਿਓ, ਤੁਸੀਂ ਆਪਣੇ ਘਰਾਂ ਦੇ ਵਿੱਚ ਜਾਂ ਆਂਢ ਗੁਆਂਢ ਦੇ ਵਿੱਚ ਦੇਖਿਆ ਹੋਵੇਗਾ ਕਿ ਲੋਹੇ ਦੀਆਂ ਪਤਲੀਆਂ ਚਾਦਰਾਂ ਤੋਂ ਦਰਵਾਜ਼ੇ ਬਣਾਏ ਜਾਂਦੇ ਹਨ। ਅਤੇ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸੀਏ ਕਿ ਸਿਲਵਰ ਯਾਨੀ ਚਾਂਦੀ ਅਤੇ ਸੋਨਾ, ਗੋਲਡ, ਇਹ ਇਸ ਤਰ੍ਹਾਂ ਦੀਆਂ 2 ਧਾਤਾਂ ਹਨ ਜਿਹੜੀਆਂ ਸਭ ਤੋਂ ਵੱਧ ਕੁਟੀਨ ਯੋਗ ਹਨ। ਅਤੇ ਅਗਲਾ ਜਿਹੜਾ ਗੁਣ ਹੈ ਧਾਤਾਂ ਦਾ ਉਹ ਹੈ ਖਿੱਚਣ ਯੋਗਤਾ, ਡਕਟਿਲਿਟੀ। ਉਹ ਗੁਣ ਜਿਸ ਕਰਕੇ ਧਾਤਾਂ ਨੂੰ ਖਿੱਚ ਕੇ ਲੰਬੀਆਂ ਅਤੇ ਪਤਲੀਆਂ ਤਾਰਾਂ ਬਣਾਈਆਂ ਜਾ ਸਕਦੀਆਂ ਹਨ ਨੂੰ ਖਿੱਚਣ ਯੋਗਤਾ ਕਿਹਾ ਜਾਂਦਾ ਹੈ। ਇੱਥੇ ਬੱਚਿਓ ਤੁਹਾਨੂੰ ਸੁਣ ਕੇ ਬੜੀ ਹੈਰਾਨੀ ਹੋਏਗੀ ਕਿ 1 ਗ੍ਰਾਮ ਸੋਨੇ ਤੋਂ ਅਸੀਂ ਲਗਭਗ 1 ਕਿਲੋਮੀਟਰ ਲੰਬੀ ਪਤਲੀ ਲੰਬੀ ਤਾਰ ਬਣਾ ਸਕਦੇ ਹਾਂ। ਯਾਨੀ ਕੁਟੀਨ ਯੋਗਤਾ ਅਤੇ ਖਿੱਚਣ ਯੋਗਤਾ ਗਹਿਣੇ ਬਣਾਉਣ ਲਈ ਬਹੁਤ ਅੱਛੇ ਸੁਨਿਆਰੇ ਵਾਸਤੇ 2 ਗੁਣ ਹਨ। ਇਹਨਾਂ ਦੀ ਵਰਤੋਂ ਕਰਕੇ ਸੁਨਿਆਰੇ ਪਤਲੇ ਅਤੇ ਛੋਟੇ ਗਹਿਣੇ ਬਣਾਉਂਦੇ ਹਨ। ਅਤੇ ਅਗਲਾ ਹੈ ਚਾਲਕਤਾ। ਧਾਤਾਂ ਆਮ ਤੌਰ 'ਤੇ ਤਾਪ ਅਤੇ ਬਿਜਲੀ ਦੀਆਂ ਚਾਲਕ ਹੁੰਦੀਆਂ ਹਨ, ਯਾਨੀ ਮੈਟਲਸ ਆਰ ਗੁੱਡ ਕੰਡਕਟਰਸ ਆਫ ਇਲੈਕਟ੍ਰੀਸਿਟੀ ਐਂਡ ਹੀਟ। ਉਹਨਾਂ ਵਿੱਚੋਂ ਇੱਕ ਗੁਣ ਹੈ ਧਾਤਵੀ ਚਮਕ, ਮਟੈਲਿਕ ਲਸਚਰ। ਉਸ ਬਾਰੇ ਵੀ ਅਸੀਂ ਗੱਲ ਕੀਤੀ ਹੈ। ਬੱਚਿਓ, ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਇੱਥੇ ਕੁਝ ਲੋਹੇ ਦੀਆਂ ਮੇਖਾਂ, ਚਾਂਦੀ ਦੇ ਗਹਿਣੇ ਅਤੇ ਤਾਂਬੇ ਦੀਆਂ ਤਾਰਾਂ ਦੇਖ ਸਕਦੇ ਹੋ। ਇਹਨਾਂ ਦੀ ਦੇਖੋ ਬੱਚਿਓ ਬਹੁਤ ਚਮਕ ਹੈ, ਕਿਉਂਕਿ ਇਹ ਸ਼ੁੱਧ ਰੂਪ ਵਿੱਚ ਹਨ। ਅਤੇ ਜਦੋਂ ਧਾਤਾਂ ਨੂੰ ਅਸੀਂ ਹਵਾ ਵਿੱਚ ਜਾਂ ਵਾਤਾਵਰਣ ਵਿੱਚ ਖੁੱਲ੍ਹਾ ਛੱਡ ਦਿੰਦੇ ਹਨ, ਕਿਆ ਇਹਨਾਂ ਦੀ ਚਮਕ ਇਸੇ ਤਰ੍ਹਾਂ ਰਹਿੰਦੀ ਹੈ ਜਾਂ ਕੁਝ ਬਦਲਾਅ ਆਉਂਦਾ ਹੈ? ਹਾਂਜੀ, ਕੋਈ ਬੱਚਾ ਦੱਸ ਸਕਦਾ ਹੈ ਮੈਨੂੰ ਕਿ ਧਾਤਾਂ ਦੀ ਚਮਕ ਉਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ ਜਾਂ
ਉਹਨਾਂ ਦਾ ਰੰਗ ਫਿੱਕਾ ਪੈ ਜਾਂਦਾ ਹੈ ਜਾਂ ਕਿਸੇ ਹੋਰ ਰੰਗ ਦੀ ਪਰਤ ਚੜ੍ਹ ਜਾਂਦੀ ਹੈ। ਹਾਂਜੀ ਬੱਚਿਓ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਧਾਤਾਂ ਨੂੰ ਜਦੋਂ ਅਸੀਂ ਵਾਤਾਵਰਣ ਵਿੱਚ ਜਾਂ ਹਵਾ ਵਿੱਚ ਖੁੱਲ੍ਹਾ ਛੱਡ ਦਿੰਦੇ ਹਨ ਤਾਂ ਉਹਨਾਂ ਦੀ ਚਮਕ ਗਾਇਬ ਹੋ ਜਾਂਦੀ ਹੈ, ਉਸ ਤਰ੍ਹਾਂ ਦੀਆਂ ਨਹੀਂ ਰਹਿੰਦੀਆਂ ਹਨ ਅਤੇ ਉਹਨਾਂ ਦੇ ਉੱਪਰ ਕਿਸੇ ਨਾ ਕਿਸੇ ਰੰਗ ਦੀ ਪਰਤ ਚੜ੍ਹ ਜਾਂਦੀ ਹੈ। ਬੱਚਿਓ, ਤੁਸੀਂ ਸਕਰੀਨ 'ਤੇ ਇੱਥੇ ਦੇਖ ਸਕਦੇ ਹੋ ਕਿ ਚਾਂਦੀ ਦੇ ਗਹਿਣੇ ਦਿਖਾਈ ਦੇ ਰਹੇ ਹਨ। ਇੱਕ ਪਾਸੇ ਬਹੁਤ ਚਮਕੀਲਾ ਹੈ ਅਤੇ ਦੂਜੇ ਪਾਸੇ ਉਸ ਦੇ ਉੱਪਰ ਹਲਕੇ ਕਾਲੇ ਰੰਗ ਦੀ ਪਰਤ ਚੜ੍ਹ ਗਈ ਹੈ। ਬੱਚਿਓ, ਇਹ ਚਾਂਦੀ ਦੇ ਉੱਪਰ ਕਿਸ ਚੀਜ਼ ਦੀ ਪਰਤ ਚੜ੍ਹੀ ਹੈ ਅਤੇ ਇਹ ਕੀ ਹੋਇਆ ਹੈ? ਬੱਚਿਓ, ਇੱਥੇ ਚਾਂਦੀ ਧਾਤ ਨੂੰ ਖੋਰ ਲੱਗਿਆ ਹੈ, ਯਾਨੀ ਧਾਤ ਨੇ ਖੁਰਨਾ ਸ਼ੁਰੂ ਕਰ ਦਿੱਤਾ ਹੈ। ਅਤੇ ਕੋਈ ਦੱਸ ਸਕਦਾ ਵੀ ਖੋਰ ਕੀ ਹੁੰਦਾ ਹੈ, ਕਦੋਂ ਧਾਤਾਂ ਖੁਰਦੀਆਂ ਹਨ? ਚਲੋ ਆਪਾਂ ਗੱਲ ਕਰਦੇ ਹਾਂ। ਧਾਤਾਂ ਜਦੋਂ ਹਵਾ, ਪਾਣੀ, ਕਾਰਬਨ ਡਾਈਆਕਸਾਈਡ, ਹਾਈਡਰੋਜਨ ਸਲਫਾਈਡ ਆਦਿ ਨਾਲ ਕਿਰਿਆ ਕਰਦੀਆਂ ਹਨ ਤਾਂ ਉਹਨਾਂ ਦੇ ਉੱਪਰ ਕਿਸੇ ਹੋਰ ਜਿਹੜਾ ਨਵਾਂ ਪਦਾਰਥ ਬਣਦਾ ਹੈ ਉਸ ਦੀ ਪਰਤ ਚੜ੍ਹ ਜਾਂਦੀ ਹੈ, ਜਿਸ ਕਰਕੇ ਉਹਨਾਂ ਦਾ ਰੰਗ ਫਿੱਕਾ ਪੈ ਜਾਂਦਾ ਹੈ ਜਾਂ ਰੰਗ ਵਿੱਚ ਪਰਿਵਰਤਨ ਹੋ ਜਾਂਦਾ ਹੈ। ਹਾਂਜੀ, ਚਾਂਦੀ ਦੀ ਜੇ ਹੁਣ ਗੱਲ ਕਰੀਏ, ਚਾਂਦੀ ਨੂੰ ਜਦੋਂ ਹਵਾ ਵਿੱਚ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਤਾਂ ਇਹ ਹਾਈਡਰੋਜਨ ਸਲਫਾਈਡ ਨਾਲ ਕਿਰਿਆ ਕਰਕੇ ਸਿਲਵਰ ਸਲਫਾਈਡ ਬਣਾਉਂਦਾ ਹੈ। ਅਤੇ ਇਸ ਪਿਕਚਰ ਦੇ ਵਿੱਚ ਜਿਹੜਾ ਚਾਂਦੀ ਦਾ ਗਹਿਣਾ ਤੁਸੀਂ ਦੇਖ ਰਹੇ ਹੋ ਫਿੱਕਾ ਹੈ, ਇਸ ਦੇ ਉੱਪਰ ਸਿਲਵਰ ਸਲਫਾਈਡ ਦੀ ਪਰਤ ਚੜ੍ਹ ਗਈ ਹੈ। ਅਤੇ ਨੈਕਸਟ ਇਸ ਤੋਂ ਬਾਅਦ ਅਸੀਂ ਬੱਚਿਓ ਤਾਂਬੇ ਦੀਆਂ ਕੁਝ ਗੜਬੀਆਂ ਦੇਖ ਰਹੇ ਹੋ, ਤੇ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਉੱਪਰ ਵੀ ਹਰੇ ਰੰਗ ਦੀ ਪਰਤ ਚੜ੍ਹ ਗਈ ਹੈ। ਹੁਣ ਤਾਂਬੇ ਨੇ ਯਾਨੀ ਕਾਪਰ ਨੇ ਸਿੱਲੀ ਕਾਰਬਨ ਡਾਈਆਕਸਾਈਡ ਨਾਲ ਕਿਰਿਆ ਕਰਕੇ ਕਾਪਰ ਕਾਰਬੋਨੇਟ ਬਣਾਤਿਆ ਅਤੇ ਕਾਪਰ ਕਾਰਬੋਨੇਟ ਦੇ ਬਣਨ ਕਾਰਨ ਕਾਪਰ ਦੇ ਉੱਪਰ ਜਾਂ ਤਾਂਬੇ ਦੀਆਂ ਜਿਹੜੀਆਂ ਗੜਬੀਆਂ ਹਨ ਇਹਨਾਂ ਦੇ ਉੱਪਰ ਹਰੇ ਰੰਗ ਦੀ ਪਰਤ ਚੜ੍ਹ ਗਈ ਬੱਚਿਓ। ਅਤੇ ਆਖਰੀ ਵਿੱਚ ਤੁਸੀਂ ਦੇਖ ਰਹੇ ਹੋ ਲੋਹੇ ਦੀਆਂ ਕੁਝ ਮੇਖਾਂ ਹਨ। ਅਤੇ ਪਿਛਲੀ ਸਲਾਈਡ ਦੇ ਵਿੱਚ ਵੀ ਬੱਚਿਓ ਤੁਸੀਂ ਲੋਹੇ ਦੀਆਂ ਮੇਖਾਂ ਦੇਖੀਆਂ ਸਨ ਅਤੇ ਉਹਨਾਂ ਦਾ ਰੰਗ ਵੀ ਨੋਟ ਕੀਤਾ ਸੀ, ਅਤੇ ਹੁਣ ਇਹਨਾਂ ਦਾ ਰੰਗ ਵੀ ਨੋਟ ਕਰੋ। ਇਹਨਾਂ ਮੇਖਾਂ ਦੇ ਉੱਪਰ ਹਲਕੇ ਭੂਰੇ ਲਾਲ ਰੰਗ ਦੀ ਪਰਤ ਚੜ੍ਹ ਗਈ ਹੈ। ਇੱਥੇ ਵੀ ਧਾਤ ਨੇ ਖੁਰਨਾ ਸ਼ੁਰੂ ਕਰ ਦਿੱਤਾ ਹੈ, ਯਾਨੀ ਲੋਹੇ ਦੇ ਉੱਪਰ ਜਦੋਂ ਇਸ ਤਰ੍ਹਾਂ ਪਰਤ ਚੜ੍ਹਦੀ ਹੈ ਇਹ ਹਲਕੇ ਭੂਰੇ ਰੰਗ ਦੀ, ਤਾਂ ਇਸ ਨੂੰ ਆਪਾਂ ਸਪੈਸ਼ਲ ਨਾਮ ਦਿੰਦੇ ਹਨ ਜੰਗ ਲੱਗਣਾ, ਯਾਨੀ ਰਸਟਿੰਗ ਆਫ ਆਇਰਨ, ਯਾਨੀ ਲੋਹੇ ਨੂੰ ਜੰਗ ਲੱਗਿਆ ਹੈ। ਹਾਂਜੀ ਬੱਚਿਓ, ਹੁਣ ਤੁਸੀਂ ਸਿੱਖਿਆ ਹੈ ਵੀ ਜਦੋਂ ਲੋਹੇ ਧਾਤ ਨੂੰ ਹਵਾ ਵਿੱਚ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਤਾਂ ਉਹ ਵੀ ਖੁਰਨਾ ਸ਼ੁਰੂ ਕਰ ਦਿੰਦੀ ਹੈ, ਯਾਨੀ ਉਸ ਨੂੰ ਜੰਗ ਲੱਗ ਜਾਂਦਾ ਹੈ, ਰਸਟਿੰਗ ਆਫ ਆਇਰਨ ਸ਼ੁਰੂ ਹੋ ਜਾਂਦੀ ਹੈ। ਅਤੇ ਇਹ ਇੱਕ ਬਹੁਤ ਧੀਮੀ ਪ੍ਰਕਿਰਿਆ ਹੁੰਦੀ ਹੈ। ਧਾਤਾਂ ਦਾ ਜਿਹੜਾ ਖੁਰਨਾ ਹੈ ਬਹੁਤ ਧੀਮੀ ਪ੍ਰਕਿਰਿਆ ਹੈ। ਅਤੇ ਹੁਣ ਆਪਾਂ ਗੱਲ ਕਰੀਏ ਵੀ ਲੋਹੇ ਨੂੰ ਜੰਗ ਕਦੋਂ ਲੱਗਦਾ ਹੈ, ਉਹ ਕਿਹੜੇ ਹਾਲਾਤ ਹਨ ਜਿਨ੍ਹਾਂ ਕਰਕੇ ਲੋਹੇ ਨੂੰ ਜੰਗ ਲੱਗਦਾ ਹੈ। ਇਸ ਵਾਸਤੇ ਬੱਚਿਓ ਅਸੀਂ ਇੱਕ ਕਿਰਿਆ ਕਰਕੇ ਵੇਖਾਂਗੇ। ਇਸ ਕਿਰਿਆ ਵਾਸਤੇ ਸਾਨੂੰ ਕੁਝ ਲੋੜੀਂਦਾ ਸਮਾਨ ਹੋਏਗਾ, ਜਿਵੇਂ 3 ਪਰਖ ਨਲੀਆਂ, 3 ਕਾਰਕ, ਲੋਹੇ ਦੀਆਂ ਸਾਫ਼ ਕੀਲਾਂ ਯਾਨੀ ਮੇਖਾਂ ਜਿਨ੍ਹਾਂ ਦੇ ਉੱਪਰ ਕੋਈ ਜੰਗ ਨਾ ਲੱਗੀ ਹੋਏ, ਚਮਕੀਲੀਆਂ ਹੋਣ, ਟੂਟੀ ਦਾ ਪਾਣੀ, ਉਬਲਿਆ ਕਸੀਦਤ ਪਾਣੀ, ਸਰੋਂ ਦਾ ਤੇਲ ਅਤੇ ਕੈਲਸ਼ੀਅਮ ਕਲੋਰਾਈਡ ਜੋ ਕਿ ਪਾਣੀ ਰਹਿਤ ਹੋਵੇ। ਬੱਚਿਓ, ਇਸ ਕਿਰਿਆ ਕਰਨ ਵੇਲੇ ਅਸੀਂ ਸਭ ਤੋਂ ਪਹਿਲਾਂ ਜੋ ਸਾਡੇ ਕੋਲ ਲੋੜੀਂਦਾ ਸਮਾਨ ਹੈ ਉਹ ਵੀ ਤੁਸੀਂ ਨੋਟ ਕਰ ਲਿਆ, ਅਤੇ ਉਸ ਤੋਂ ਬਾਅਦ ਅਸੀਂ 3 ਜਿਹੜੀਆਂ ਸਾਡੇ ਕੋਲ ਪਰਖ ਨਲੀਆਂ
ਹਨ ਇਹਨਾਂ ਨੂੰ ਅਸੀਂ ਏ, ਬੀ ਅਤੇ ਸੀ ਨਾਲ ਮਾਰਕ ਕਰਾਂਗੇ। ਤਿੰਨੇ ਪਰਖਨਲੀਆਂ ਵਿੱਚ ਤਿੰਨ ਤਿੰਨ ਲੋਹੇ ਦੀਆਂ ਮੇਖਾਂ ਪਾਵਾਂਗੇ। ਹੁਣ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਪਰਖਨਲੀ ਏ ਵਿੱਚ ਟੂਟੀ ਦਾ ਥੋੜ੍ਹਾ ਜਿਹਾ ਪਾਣੀ ਪਾਵਾਂਗੇ ਤਾਂ ਜੋ ਲੋਹੇ ਦੀਆਂ ਮੇਖਾਂ ਪੂਰੀ ਤਰ੍ਹਾਂ ਪਾਣੀ ਵਿੱਚ ਨਾ ਡੁੱਬਣ ਅਤੇ ਕੋਰਕ ਨਾਲ ਬੰਦ ਕਰ ਦੇਵਾਂਗੇ। ਉਸ ਤੋਂ ਬਾਅਦ ਪਰਖਨਲੀ ਬੀ ਦੇ ਵਿੱਚ ਉਬਲਿਆ ਹੋਇਆ ਕਸੀਦਤ ਪਾਣੀ ਪਾਵਾਂਗੇ। ਪਾਣੀ ਇੰਨਾ ਪਾਵਾਂਗੇ ਕਿ ਲੋਹੇ ਦੀਆਂ ਕੀਲਾਂ ਜਾਂ ਮੇਖਾਂ ਪੂਰੀ ਤਰ੍ਹਾਂ ਪਾਣੀ ਨਾਲ ਡੁੱਬ ਜਾਣ। ਉਸ ਤੋਂ ਬਾਅਦ ਇਸੇ ਪਰਖਨਲੀ ਦੇ ਵਿੱਚ 1 ਮਿਲੀਲੀਟਰ ਸਰੋਂ ਦਾ ਤੇਲ ਪਾਵਾਂਗੇ ਅਸੀਂ ਤੇ ਫਿਰ ਪਰਖਨਲੀ ਬੀ ਨੂੰ ਕੋਰਕ ਨਾਲ ਬੰਦ ਕਰ ਦੇਵਾਂਗੇ। ਤੇ ਆਖਰ ਵਿੱਚ ਜਿਹੜੀ ਸਾਡੇ ਕੋਲ ਤੀਸਰੀ ਪਰਖਨਲੀ ਹੈ ਸੀ, ਉਸ ਦੇ ਵਿੱਚ ਅਸੀਂ ਕੈਲਸ਼ੀਅਮ ਕਲੋਰਾਈਡ ਪਾਵਾਂਗੇ ਤੇ ਕੋਰਕ ਲਗਾ ਕੇ ਉਸ ਨੂੰ ਬੰਦ ਕਰ ਦੇਵਾਂਗੇ। ਇਹਨਾਂ ਤਿੰਨੇ ਪਰਖਨਲੀਆਂ ਨੂੰ ਅਸੀਂ ਇਸੇ ਤਰ੍ਹਾਂ ਕੁਝ ਦਿਨ ਪਿਆ ਰਹਿਣ ਦੇਵਾਂਗੇ। ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਦਾ ਅਧਿਐਨ ਕਰਾਂਗੇ। ਬੱਚਿਓ, ਕੁਝ ਦਿਨਾਂ ਬਾਅਦ ਜਦੋਂ ਅਸੀਂ ਇਹਨਾਂ ਪਰਖਨਲੀਆਂ ਦਾ ਅਧਿਐਨ ਕਰਾਂਗੇ ਤਾਂ ਸਾਨੂੰ ਇਹਨਾਂ ਪਰਖਨਲੀਆਂ ਵਿੱਚ ਜਿਹੜੀਆਂ ਮੇਖਾਂ ਪਾਈਆਂ ਹੋਈਆਂ ਸਨ ਉਹ ਸਾਨੂੰ ਕੁਝ ਇਸ ਤਰ੍ਹਾਂ ਦਿਖਾਈ ਦੇਣਗੀਆਂ। ਤੁਸੀਂ ਬੱਚਿਓ ਇਹਨਾਂ ਦਾ ਰੰਗ ਨੋਟ ਕਰੋ। ਪਰਖਨਲੀ ਏ ਵਿੱਚ ਜਿਹੜੀਆਂ ਮੇਖਾਂ ਪਾਈਆਂ ਸਨ ਉਹਨਾਂ ਦਾ ਰੰਗ ਚੇਂਜ ਹੋ ਗਿਆ, ਉਹਨਾਂ ਦੇ ਉੱਪਰ ਹਲਕੇ ਭੂਰੇ ਲਾਲ ਰੰਗ ਦੀ ਪਰਤ ਚੜ੍ਹ ਗਈ, ਜਦ ਕਿ ਪਰਖਨਲੀ ਬੀ ਅਤੇ ਸੀ ਵਿੱਚ ਜਿਹੜੀ ਮੇਖਾਂ ਪਾਈਆਂ ਸਨ ਉਹ ਉਸੇ ਤਰ੍ਹਾਂ ਹੀ ਰਹਿ ਗਈਆਂ। ਇਹ ਕਿਉਂ ਹੋਇਆ? ਕੋਈ ਦੱਸ ਸਕਦਾ ਹੈ? ਜੀ ਹਾਂ, ਬਿਲਕੁਲ। ਪਰਖਨਲੀ ਏ ਵਿੱਚ ਪਾਈਆਂ ਮੇਖਾਂ ਨੂੰ ਜੰਗ ਲੱਗ ਗਿਆ, ਯਾਨੀ ਇਹਨਾਂ ਮੇਖਾਂ ਨੇ ਖੁਰਨਾ ਸ਼ੁਰੂ ਕਰਤਾ, ਰਸਟਿੰਗ ਹੋ ਗਈ ਇਹਨਾਂ ਮੇਖਾਂ ਦੀ। ਤੇ ਇਹਦਾ ਕਾਰਨ ਹੁਣ ਆਪਾਂ ਲੱਭਣ ਦੀ ਕੋਸ਼ਿਸ਼ ਕਰੀਏ ਕਿ ਪਰਖਨਲੀ ਏ ਵਿੱਚ ਪਾਈਆਂ ਮੇਖਾਂ ਨੂੰ ਹੀ ਜੰਗ ਕਿਉਂ ਲੱਗਿਆ, ਜਦ ਕਿ ਬੀ ਅਤੇ ਸੀ ਪਰਖਨਲੀਆਂ ਵਿੱਚ ਜਿਹੜੀਆਂ ਮੇਖਾਂ ਪਾਈਆਂ ਸਨ ਉਹਨਾਂ ਨੂੰ ਜੰਗ ਕਿਉਂ ਨਹੀਂ ਲੱਗਿਆ। ਬੱਚਿਓ, ਹੁਣ ਤੁਸੀਂ ਨੋਟ ਕਰੋ ਜਰਾ। ਪਰਖਨਲੀ ਏ ਵਿੱਚ ਜਿਹੜੀਆਂ ਮੇਖਾਂ ਸਨ ਉਹ ਪਾਣੀ ਅਤੇ ਹਵਾ ਦੋਨਾਂ ਦੇ ਸੰਪਰਕ ਵਿੱਚ ਸਨ। ਉਹਨਾਂ ਨੂੰ ਪਾਣੀ ਵੀ ਮਿਲ ਰਿਹਾ ਸੀ ਤੇ ਹਵਾ ਵੀ ਮਿਲ ਰਹੀ ਸੀ, ਯਾਨੀ ਜਦੋਂ ਲੋਹੇ ਨੂੰ ਹਵਾ ਅਤੇ ਪਾਣੀ ਦੋਨੇ ਚੀਜ਼ਾਂ ਮਿਲਦੀਆਂ ਹਨ ਤਾਂ ਲੋਹੇ ਨੂੰ ਕੀ ਹੁੰਦਾ ਹੈ? ਜੰਗ ਲੱਗ ਜਾਂਦਾ ਹੈ। ਬੱਚਿਓ, ਹੁਣ ਅਸੀਂ ਪਰਖਨਲੀ ਬੀ ਵਿੱਚ ਦੇਖਾਂਗੇ। ਪਰਖਨਲੀ ਬੀ ਵਿੱਚ ਨੋਟ ਕਰੋ, ਪਹਿਲਾਂ ਅਸੀਂ ਉਬਲਿਆ ਕਸੀਦਤ ਪਾਣੀ ਪਾਇਆ, ਕੀਲਾਂ ਪੂਰੀ ਤਰ੍ਹਾਂ ਡੁੱਬ ਗਈਆਂ ਸਨ। ਫਿਰ ਸਰੋਂ ਦਾ ਤੇਲ ਪਾਇਆ ਸੀਗਾ ਜਿਸ ਨੇ ਇੱਕ ਲੇਅਰ ਬਣਾ ਲਈ ਸੀ ਤੇ ਉਸ ਤੋਂ ਉੱਪਰ ਕੀ ਸੀ? ਹਵਾ। ਬਿਲਕੁਲ ਸਹੀ ਜੀ। ਯਾਨੀ ਹੁਣ ਇਹ ਜਿਹੜਾ ਅਸੀਂ ਤੇਲ ਪਾਇਆ ਸੀਗਾ ਸਰੋਂ ਦਾ ਤੇਲ, ਹੁਣ ਸਰੋਂ ਦੇ ਤੇਲ ਨੇ ਕੀ ਕੀਤਾ? ਹਵਾ ਅਤੇ ਪਾਣੀ ਦੋਨਾਂ ਦਾ ਸੰਪਰਕ ਤੋੜਤਾ, ਯਾਨੀ ਹਵਾ ਅਤੇ ਪਾਣੀ ਆਪਸ ਵਿੱਚ ਮਿਲ ਨਾ ਸਕੇ। ਇਸ ਕਰਕੇ ਇਹਨਾਂ ਮੇਖਾਂ ਨੂੰ ਜੰਗ ਨਹੀਂ ਲੱਗਿਆ। ਯਾਨੀ ਜਦੋਂ ਲੋਹੇ ਨੂੰ ਹਵਾ ਅਤੇ ਪਾਣੀ ਦੋਨੇ ਚੀਜ਼ਾਂ ਮਿਲ ਜਾਂਦੀਆਂ ਹਨ ਤਾਂ ਲੋਹੇ ਨੂੰ ਕੀ ਹੁੰਦਾ ਹੈ? ਜੰਗ ਲੱਗ ਜਾਂਦਾ ਹੈ। ਤੇ ਪਰਖਨਲੀ ਸੀ ਦੇ ਵਿੱਚ ਮੇਖਾਂ ਨੂੰ ਸਿਰਫ ਹਵਾ ਮਿਲੀ, ਉਹ ਵੀ ਸੁੱਕੀ ਕਿਉਂ? ਕਿਉਂਕਿ ਜਿਹੜੀ ਸਿਲਨ ਸੀਗੀ ਹਵਾ ਦੇ ਵਿੱਚ, ਉਹ ਜਿਹੜਾ ਅਸੀਂ ਕੈਲਸ਼ੀਅਮ ਕਲੋਰਾਈਡ ਪਾਇਆ ਸੀ ਉਹ ਕੈਲਸ਼ੀਅਮ ਕਲੋਰਾਈਡ ਨੇ ਉਸ ਸਾਰੀ ਨਮੀ ਨੂੰ ਸੋਖ ਲਿਆ। ਹਵਾ ਦੀ ਜਿੰਨੀ ਵੀ ਨਮੀ ਸੀ, ਹਵਾ ਦੇ ਵਿੱਚ ਜਿੰਨਾ ਵੀ ਮੋਇਸਚਰ ਸੀ ਉਹ ਸਾਰਾ ਉਸਨੇ ਸੋਖ ਲਿਆ। ਯਾਨੀ ਇਹਨਾਂ ਕੀਲਾਂ ਨੂੰ ਸਿਰਫ ਹਵਾ ਮਿਲੀ ਜਦ ਕਿ ਪਾਣੀ ਨਹੀਂ ਮਿਲਿਆ, ਯਾਨੀ ਜੰਗ ਨਹੀਂ ਲੱਗਿਆ ਇਹਨਾਂ ਮੇਖਾਂ ਨੂੰ। ਯਾਨੀ ਅਸੀਂ ਕਹਿ ਸਕਦੇ ਹਾਂ ਕਿ ਜਦੋਂ
ਲੋਹੇ ਨੂੰ ਹਵਾ ਯਾਨੀ ਆਕਸੀਜਨ ਅਤੇ ਪਾਣੀ ਦੋਨੇ ਮਿਲ ਜਾਂਦੇ ਹਨ ਤਾਂ ਲੋਹੇ ਨੂੰ ਜੰਗ ਲੱਗ ਜਾਂਦਾ ਹੈ। ਜਿਵੇਂ ਇੱਥੇ ਇੱਕ ਰਸਾਇਣਿਕ ਕਿਰਿਆ ਲਿਖੀ ਹੋਈ ਹੈ। ਹੁਣ ਪਰਖਣ ਲਈ ਏ ਦੇ ਵਿੱਚ ਜਿਹੜੀਆਂ ਕੀਲਾਂ ਪਾਈਆਂ ਸੀ, ਕੀਲਾਂ ਕਾਹਦੀਆਂ ਸੀ? ਲੋਹੇ ਦੀਆਂ। ਬਿਲਕੁਲ ਸਹੀ। ਲੋਹਾ ਯਾਨੀ ਆਇਰਨ। ਆਇਰਨ ਦਾ ਸੰਕੇਤ ਕੀ ਹੁੰਦਾ ਹੈ? Fe। Fe ਪਲੱਸ ਆਕਸੀਜਨ, ਹਵਾ ਮਿਲ ਗਈ। ਹਵਾ ਦੇ ਵਿੱਚ ਕੀ ਮਿਲ ਗਿਆ? ਆਕਸੀਜਨ। O2 ਆਕਸੀਜਨ ਮਿਲ ਗਈ ਅਤੇ ਪਲੱਸ ਅੱਗੇ ਹੋਰ ਕੀ ਮਿਲਿਆ ਪਰਖਣ ਲਈ ਏ ਦੀਆਂ ਕੀਲਾਂ ਨੂੰ? ਬਿਲਕੁਲ ਸਹੀ ਜੀ, ਪਾਣੀ H2O। ਯਾਨੀ ਪਰਖਣ ਲਈ ਏ ਵਿੱਚ ਕੀ ਮੌਜੂਦ? ਲੋਹਾ, ਆਇਰਨ ਪਲੱਸ ਆਕਸੀਜਨ O2 ਪਲੱਸ ਪਾਣੀ H2O। ਅਤੇ ਇਹਨਾਂ ਤਿੰਨਾਂ ਨੇ ਮਿਲ ਕੇ ਕੀ ਬਣਾਤਿਆ? Fe2O3.XH2O ਯਾਨੀ ਜੰਗ ਬਣ ਗਿਆ ਹੈ। ਹੁਣ ਬੱਚਿਓ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਰਸਾਇਣਿਕ ਕਿਰਿਆ ਹੈਗੀ ਇਹ ਕਿਸ ਕਿਸਮ ਦੀ ਰਸਾਇਣਿਕ ਕਿਰਿਆ ਹੈ। ਬੱਚਿਓ ਤੁਸੀਂ ਜਾਣਦੇ ਹੀ ਹੋ ਕਿ ਜਿਹੜੀ ਜਾਂ ਸਿੱਖ ਚੁੱਕੇ ਹੋ ਕਿ ਜੰਗ ਲੱਗਣ ਦੀ ਜਿਹੜੀ ਕਿਰਿਆ ਹੈ, ਲੋਹੇ ਨੂੰ ਜਿਹੜਾ ਜੰਗ ਲੱਗਦਾ ਹੈ ਜਾਂ ਧਾਤਾਂ ਦਾ ਜਿਹੜਾ ਖੁਰਨਾ ਹੈ, ਇੱਕ ਬਹੁਤ ਹੀ ਧੀਮੀ ਪ੍ਰਕਿਰਿਆ ਹੁੰਦੀ ਹੈ। ਅਤੇ ਇਸ ਰਸਾਇਣਿਕ ਕਿਰਿਆ ਦੇ ਵਿੱਚ ਬੱਚਿਓ ਤੁਸੀਂ ਦੇਖ ਸਕਦੇ ਹੋ ਅਭਿਕਾਰਕ ਸਾਡੇ ਕੋਲ ਤਿੰਨ ਸਨ: ਆਇਰਨ, ਆਕਸੀਜਨ ਅਤੇ ਪਾਣੀ। ਇਨ ਤਿੰਨੇ ਅਭਿਕਾਰਕਾਂ ਨੇ ਮਿਲ ਕੇ ਇੱਕ ਇਕੱਲਾ ਉਤਪਾਦ ਬਣਾਇਆ, ਜੰਗ। ਠੀਕ ਹੈ। ਤਾਂ ਬੱਚਿਓ ਹੁਣ ਕੋਈ ਬੱਚਾ ਮੈਨੂੰ ਦੱਸੋ ਵੀ ਇਹ ਕਿਸ ਕਿਸਮ ਦੀ ਰਸਾਇਣਿਕ ਕਿਰਿਆ ਹੈ, ਕਿਉਂਕਿ ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ ਬਾਰੇ ਤੁਸੀਂ ਪਹਿਲਾਂ ਹੀ ਅਧਿਆਇ 1 ਵਿੱਚ ਪੜ੍ਹ ਚੁੱਕੇ ਹੋ। ਹਾਂਜੀ, ਬਿਲਕੁਲ ਸਹੀ, ਸੰਯੋਜਨ ਕਿਰਿਆ। ਇਹ ਸੰਯੋਜਨ ਕਿਰਿਆ ਕਿਉਂ ਹੈ? ਕਿਉਂਕਿ ਸੰਯੋਜਨ ਕਿਰਿਆ ਉਹ ਕਿਰਿਆ ਹੁੰਦੀ ਹੈ ਜਿਸ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਮਿਲ ਕੇ ਆਪਸ ਵਿੱਚ ਮਿਲ ਕੇ ਇੱਕ ਇਕੱਲਾ ਉਤਪਾਦ ਬਣਾਉਂਦੇ ਹਨ। ਅਤੇ ਕਿਸ ਕਿਸਮ ਦੀ ਕਿਰਿਆ ਹੋਈ ਬੱਚਿਓ? ਸੰਯੋਜਨ ਕਿਰਿਆ ਹੋਈ, ਕੰਬੀਨੇਸ਼ਨ ਰਿਐਕਸ਼ਨ ਹੋਈ। ਅਤੇ ਇੱਕ ਹੋਰ ਗੱਲ ਨੋਟ ਕਰਨ ਵਾਲੀ ਹੈ, ਇੱਥੇ ਲੋਹੇ ਅਭਿਕਾਰਕ ਦੇ ਵਿੱਚ ਲੋਹਾ ਹੈ ਅਤੇ ਦੂਜੇ ਪਾਸੇ ਜੰਗ ਦੇ ਵਿੱਚ Fe2O3 ਹੈ। ਯਾਨੀ ਲੋਹੇ ਨਾਲ ਕੀ ਮਿਲ ਗਿਆ? ਕੀ ਜੁੜ ਗਈ? ਆਕਸੀਜਨ। ਆਕਸੀਜਨ ਦਾ ਜੁੜਨਾ ਕੀ ਹੁੰਦਾ ਹੈ? ਆਕਸੀਕਰਨ। ਯਾਨੀ ਇਹ ਇੱਕ ਆਕਸੀਕਰਨ ਕਿਰਿਆ ਵੀ ਹੈ, ਯਾਨੀ ਸੰਯੋਜਨ ਕਿਰਿਆ ਵੀ ਹੈ ਅਤੇ ਆਕਸੀਕਰਨ ਕਿਰਿਆ ਵੀ ਹੈ। ਹਾਂਜੀ ਬੱਚਿਓ, ਅਤੇ ਉਪਰੋਕਤ ਕਿਰਿਆ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਲੋਹੇ ਨੂੰ ਜੰਗ ਲੱਗਣ ਲਈ ਪਾਣੀ ਅਤੇ ਹਵਾ ਦੋਵੇਂ ਜ਼ਰੂਰੀ ਹਨ। ਯਾਨੀ ਲੋਹੇ ਨੂੰ ਜੰਗ ਕਦੋਂ ਲੱਗਦਾ ਹੈ? ਜਦੋਂ ਪਾਣੀ ਹੋਏ ਅਤੇ ਹਵਾ ਹੋਏ। ਹਾਂਜੀ, ਧਾਤਾਂ ਦੇ ਖੋਰਨ ਤੋਂ ਸੁਰੱਖਿਆ। ਧਾਤਾਂ ਕਿਵੇਂ ਖੋਰਨ ਤੋਂ ਬਚਾ ਸਕਦੇ ਹਾਂ ਅਸੀਂ? ਹਾਂਜੀ, ਸਭ ਤੋਂ ਪਹਿਲਾਂ ਪੇਂਟ ਕਰਕੇ, ਧਾਤਾਂ ਦੀ ਸਤ੍ਹਾ ਨੂੰ ਪੇਂਟ ਕਰਕੇ, ਤੇਲ ਲਗਾ ਕੇ, ਗਰੀਸ ਲਗਾ ਕੇ, ਕ੍ਰੋਮੀਅਮ ਲੇਪ ਕਰਕੇ, ਯਾਨੀ ਕ੍ਰੋਮੀਅਮ ਦੀ ਪਰਤ ਚੜ੍ਹਾ ਕੇ ਵੀ ਅਸੀਂ ਧਾਤਾਂ ਨੂੰ ਖੋਰਨ ਤੋਂ ਬਚਾ ਸਕਦੇ ਹਾਂ। ਅਤੇ ਉਸ ਤੋਂ ਬਾਅਦ ਹੈ ਮਿਸ਼ਰਤ ਧਾਤ ਬਣਾ ਕੇ। ਮਿਸ਼ਰਤ ਧਾਤ ਕੀ ਹੁੰਦੀ ਹੈ ਬੱਚਿਓ? ਜਦੋਂ ਦੋ ਜਾਂ ਦੋ ਤੋਂ ਵੱਧ ਧਾਤਾਂ ਨੂੰ ਜਾਂ ਕਿਸੇ ਧਾਤ ਜਾਂ ਅਧਾਤ ਦੇ ਸਮੰਗੀ ਮਿਸ਼ਰਣ ਨੂੰ ਆਪਸ ਵਿੱਚ ਮਿਲਾਇਆ ਜਾਂਦਾ ਹੈ ਤਾਂ ਮਿਸ਼ਰਤ ਧਾਤ ਬਣ ਜਾਂਦੀ ਹੈ। ਮਿਸ਼ਰਤ ਧਾਤ ਕਿਉਂ ਬਣਾਉਂਦੇ ਹਨ? ਤਾਂ ਜੋ ਸਾਡੇ ਕੋਲ ਜਿਹੜਾ ਧਾਤ ਬਣੇ, ਹੋਰ ਨਵੀਂ ਜਾਂ ਮਿਸ਼ਰਤ ਧਾਤ ਬਣੇ, ਉਹ ਵਧੀਆ ਕੁਆਲਿਟੀ ਦੀ ਹੋਏ, ਉਸ ਨੂੰ ਜੰਗ ਨਾ ਲੱਗੇ। ਜਿਵੇਂ ਹੁਣ ਆਪਾਂ ਇੱਕ ਉਦਾਹਰਣ ਦਈਏ, ਸਟੇਨਲੈਸ ਸਟੀਲ ਹੈ। ਸਟੇਨਲੈਸ ਸਟੀਲ ਲੋਹੇ ਵਿੱਚ ਆਪਾਂ ਕ੍ਰੋਮੀਅਮ ਅਤੇ ਨਿਕਲ ਮਿਲਾਉਂਦੇ ਹਾਂ ਤਾਂ ਸਟੇਨਲੈਸ ਸਟੀਲ ਬਣ ਜਾਂਦੀ ਹੈ। ਤੁਸੀਂ ਜਾਣਦੇ ਹੋ ਕਿ ਲੋਹੇ ਨੂੰ ਤਾਂ ਵੈਸੇ ਜੰਗ ਲੱਗ ਜਾਂਦਾ ਹੈ, ਆਪਾਂ ਕਿਰਿਆ ਵਿੱਚ ਦੇਖ ਵੀ ਲਿਆ ਹੈ, ਪਰੰਤੂ ਸਟੇਨਲੈਸ ਸਟੀਲ ਦੇ ਬਰਤਨ ਅਸੀਂ ਆਪਣੇ ਘਰਾਂ ਵਿੱਚ ਸਾਰੇ ਇਸਤੇਮਾਲ ਕਰਦੇ ਹਨ। ਔਰ ਤੁਸੀਂ ਦੇਖਿਆ ਕਦੇ ਉਹਨਾਂ ਬਰਤਨਾਂ ਨੂੰ ਜੰਗ ਲੱਗੀ? ਨਹੀਂ, ਬਿਲਕੁਲ ਸਹੀ, ਉਹਨਾਂ ਨੂੰ ਜੰਗ ਨਹੀਂ ਲੱਗਦੀ। ਯਾਨੀ
ਲੋਹੇ ਤੋਂ ਜਦੋਂ ਆਪਾਂ ਮਿਸ਼ਰਤ ਧਾਤ ਸਟੇਨਲੈਸ ਸਟੀਲ ਬਣਾ ਲਈ ਤਾਂ ਉਸ ਨੂੰ ਜੰਗ ਨਹੀਂ ਲੱਗਿਆ। ਯਾਨੀ ਜੰਗ ਤੋਂ ਬਚਾਉਣ ਲਈ ਅਸੀਂ ਕੀ ਕਰ ਸਕਦੇ ਹਾਂ, ਧਾਤ ਤੋਂ ਮਿਸ਼ਰਤ ਧਾਤ ਬਣਾ ਸਕਦੇ ਹੈਗੇ। ਮਿਸ਼ਰਤ ਧਾਤ ਬਣਾ ਕੇ ਵੀ ਆਪਾਂ ਜੰਗ ਤੋਂ ਬਚਾ ਸਕਦੇ ਹਾਂ। ਅਗਲਾ ਹੈ ਗੈਲਵੈਨੀਕਰਨ ਕਰਕੇ। ਇਹ ਬੱਚਿਓ ਕੀ ਹੈ, ਇਹ ਗੈਲਵੈਨੀਕਰਨ ਕੀ ਹੈ, ਲੋਹੇ ਦੇ ਉੱਪਰ ਜਦੋਂ ਜ਼ਿੰਕ ਦੀ ਪਰਤ ਚੜ੍ਹਾਈ ਜਾਂਦੀ ਹੈ ਤਾਂ ਇਸ ਨੂੰ ਗੈਲਵੈਨੀਕਰਨ ਕਿਹਾ ਜਾਂਦਾ ਹੈ। ਜਦੋਂ ਲੋਹੇ ਦੇ ਉੱਪਰ ਜ਼ਿੰਕ ਦੀ ਪਰਤ ਚੜ੍ਹਾ ਦਿੰਦੇ ਹਾਂ ਅਸੀਂ ਤਾਂ ਫਿਰ ਲੋਹੇ ਨੂੰ ਜੰਗ ਨਹੀਂ ਲੱਗਦਾ ਹੈ। ਇਸ ਤਰ੍ਹਾਂ ਇਹ ਵੱਖ-ਵੱਖ ਤਰੀਕੇ ਹੈਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਅਸੀਂ ਖੋਰਨ ਤੋਂ ਧਾਤਾਂ ਨੂੰ ਬਚਾ ਸਕਦੇ ਹਾਂ। ਪੇਂਟ ਕਰਕੇ, ਤੇਲ ਲਗਾ ਕੇ, ਗਰੀਸ ਲਗਾ ਕੇ, ਕ੍ਰੋਮੀਅਮ ਲੇਪ ਕਰਕੇ, ਮਿਸ਼ਰਤ ਧਾਤ ਬਣਾ ਕੇ ਅਤੇ ਗੈਲਵੈਨੀਕਰਨ ਕਰਕੇ। ਬੱਚਿਓ, ਜਿਹੜਾ ਅਸੀਂ ਹੁਣ ਟੌਪਿਕ ਪੜ੍ਹਿਆ ਅੱਜ, ਮੈਨੂੰ ਪੂਰੀ ਉਮੀਦ ਹੈ ਵੀ ਤੁਹਾਨੂੰ ਚੰਗੀ ਤਰ੍ਹਾਂ ਉਹ ਸਮਝ ਆ ਗਿਆ ਹੋਵੇਗਾ। ਅਤੇ ਆਓ ਹੁਣ ਆਪਾਂ ਇਸ ਟੌਪਿਕ ਨਾਲ ਸੰਬੰਧਿਤ ਕੁਝ ਪ੍ਰਸ਼ਨ ਕਰੀਏ। ਜਿਵੇਂ ਪਹਿਲਾ ਪ੍ਰਸ਼ਨ ਹੈ, ਲੋਹੇ ਨੂੰ ਜੰਗ ਲੱਗਣ ਲਈ ਕੀ ਜ਼ਰੂਰੀ ਹੈ? ਆਪਸ਼ਨਾਂ ਹੈ ਆਪਣੇ ਕੋਲ ਹਵਾ, ਪਾਣੀ, ਊੜਾ ਅਤੇ ਐੜਾ ਦੋਵੇਂ, ਕੋਈ ਨਹੀਂ। ਹਾਂਜੀ, ਕੋਈ ਦੱਸੇਗਾ ਕਿਹੜੀ ਆਪਸ਼ਨ ਇਹਨਾਂ ਵਿੱਚੋਂ ਸਹੀ ਹੈ? ਹਾਂਜੀ, ਬਿਲਕੁਲ ਸਹੀ, ਈੜੀ, ਊੜਾ ਅਤੇ ਐੜਾ ਦੋਵੇਂ। ਯਾਨੀ ਹਵਾ ਅਤੇ ਪਾਣੀ ਲੋਹੇ ਨੂੰ ਜੰਗ ਲੱਗਣ ਲਈ ਬਹੁਤ ਜ਼ਰੂਰੀ ਹੈ, ਜਿਵੇਂ ਕਿ ਤੁਸੀਂ ਕਿਰਿਆ ਵਿੱਚ ਵੀ ਦੇਖਿਆ ਹੈ। ਹਾਂਜੀ, ਪ੍ਰਸ਼ਨ ਨੰਬਰ 2, ਲੋਹੇ ਨੂੰ ਜੰਗ ਲੱਗਣਾ ਕਿਸ ਕਿਸਮ ਦੀ ਰਸਾਇਣਿਕ ਕਿਰਿਆ ਹੈ? ਊੜਾ ਆਕਸੀਕਰਨ ਅਤੇ ਸੰਯੋਜਨ, ਐੜਾ ਲਘੂਕਰਨ ਅਤੇ ਸੰਯੋਜਨ, ਈੜੀ ਆਕਸੀਕਰਨ ਅਤੇ ਵਿਸਥਾਪਨ, ਸੱਸਾ ਲਘੂਕਰਨ ਅਤੇ ਵਿਸਥਾਪਨ। ਹਾਂਜੀ, ਲਘੂਕਰਨ ਤਾਂ ਹੋ ਨਹੀਂ ਸਕਦੀ ਹੈ ਕਿਉਂਕਿ ਆਕਸੀਜਨ ਦਾ ਘਟਣਾ ਤਾਂ ਹੋਇਆ ਨਹੀਂ ਹੈ। ਲੋਹੇ ਨੂੰ ਜਦੋਂ ਜੰਗ ਲੱਗਦਾ ਹੈ ਬੇਟੇ, ਤੁਹਾਨੂੰ ਪਤਾ ਹੈ ਵੀ Fe ਦੇ ਵਿੱਚ ਕੀ ਜੁੜਦਾ ਹੈ? O2। ਜੰਗ ਦਾ ਹੁੰਦਾ ਫਾਰਮੂਲਾ Fe2O3.XH2O, ਯਾਨੀ ਉਧਰ ਆਕਸੀਜਨ ਜੁੜ ਜਾਂਦੀ ਹੈ। ਯਾਨੀ ਆਕਸੀਕਰਨ, ਆਕਸੀਜਨ ਦਾ ਜੁੜਨਾ ਕੀ ਹੋਇਆ? ਆਕਸੀਕਰਨ, ਆਕਸੀਡੇਸ਼ਨ, ਯਾਨੀ ਆਕਸੀਕਰਨ ਅਤੇ ਸੰਯੋਜਨ ਕਿਰਿਆ, ਯਾਨੀ ਊੜਾ ਇਹਦਾ ਆਨਸਰ ਸਹੀ ਹੈ, ਆਕਸੀਕਰਨ ਅਤੇ ਸੰਯੋਜਨ। ਹਾਂਜੀ, ਨੰਬਰ 3, ਪ੍ਰਸ਼ਨ ਨੰਬਰ 3, ਅਨਮੋਲ ਨੇ ਵੇਖਿਆ ਕਿ ਉਸ ਦਾ 2 ਦਿਨ ਪਹਿਲਾਂ ਡਿੱਗਿਆ ਲੋਹੇ ਦਾ ਬਲੇਡ ਮੀਂਹ ਪੈਣ ਕਾਰਨ ਲਾਲ ਭੂਰੇ ਰੰਗ ਦਾ ਹੋ ਗਿਆ। ਕੀ ਤੁਸੀਂ ਇਸ ਦਾ ਕਾਰਨ ਦੱਸ ਸਕਦੇ ਹੋ? ਹਾਂਜੀ, ਆਪਸ਼ਨਾਂ ਹੈਗੀਆਂ ਊੜਾ ਬਲੇਡ 'ਤੇ ਲਾਲ ਰੰਗ ਡਿੱਗ ਗਿਆ, ਐੜਾ ਬਲੇਡ ਨੂੰ ਹਵਾ ਲੱਗ ਗਈ, ਈੜੀ ਬਲੇਡ 'ਤੇ ਮੀਂਹ ਪੈ ਗਿਆ, ਸੱਸਾ ਬਲੇਡ ਨੂੰ ਜੰਗ ਲੱਗਿਆ। ਹਾਂਜੀ, ਬਿਲਕੁਲ ਸਹੀ, ਤੁਹਾਡਾ ਸਾਰਿਆਂ ਦਾ ਆਨਸਰ ਸਹੀ ਹੈ। ਯਾਨੀ ਬਲੇਡ ਨੂੰ ਕੀ ਹੋਇਆ? ਜੰਗ ਲੱਗਿਆ। ਯਾਨੀ ਬਲੇਡ ਹਵਾ ਅਤੇ ਪਾਣੀ ਦੋਨਾਂ ਦੇ ਸੰਪਰਕ ਵਿੱਚ ਆ ਗਿਆ, ਇਸ ਕਰਕੇ ਉਸ ਨੂੰ ਜੰਗ ਲੱਗਿਆ। ਹਾਂਜੀ, ਪ੍ਰਸ਼ਨ ਨੰਬਰ 4, ਦੀਪਾ ਦੇ ਅਧਿਆਪਕ ਨੇ ਜਮਾਤ ਵਿੱਚ ਲੋਹੇ ਨੂੰ ਜੰਗ ਲੱਗਣ ਦੀ ਕਿਰਿਆ ਕਰਕੇ ਵਿਖਾਈ। ਉਸ ਨੂੰ ਇਹ ਸਮਝ ਨਹੀਂ ਆਈ ਕਿ ਜਿਸ ਪਰਖਨਲੀ ਵਿੱਚ ਕੈਲਸ਼ੀਅਮ ਕਲੋਰਾਈਡ ਪਾਇਆ ਸੀ ਉਸ ਵਿੱਚ ਪਾਈਆਂ ਮੇਖਾਂ ਨੂੰ ਜੰਗ ਕਿਉਂ ਨਹੀਂ ਲੱਗਿਆ? ਆਪਸ਼ਨਸ ਹੈਗੀਆਂ ਊੜਾ ਕੈਲਸ਼ੀਅਮ ਕਲੋਰਾਈਡ ਪਾਣੀ ਛੱਡਦਾ ਹੈ, ਐੜਾ ਕੈਲਸ਼ੀਅਮ ਕਲੋਰਾਈਡ ਹਵਾ ਦੀ ਸਿੱਲ ਸੋਖ ਲੈਂਦਾ ਹੈ, ਈੜੀ ਕੈਲਸ਼ੀਅਮ ਕਲੋਰਾਈਡ ਵੇਖਣ ਨੂੰ ਚੰਗਾ ਲੱਗਣ ਕਾਰਨ ਪਾਇਆ ਸੀ, ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਹਾਂਜੀ, ਕੌਣ ਦੀਪਾ ਦੀ ਹੈਲਪ ਕਰੇਗਾ ਜੀ? ਇਸ ਪ੍ਰਸ਼ਨ ਦਾ ਉੱਤਰ ਕੌਣ ਆਨਸਰ ਕਰੇਗਾ? ਹਾਂਜੀ, ਬਿਲਕੁਲ ਸਹੀ, ਆਪਸ਼ਨ ਐੜਾ, ਕੈਲਸ਼ੀਅਮ ਕਲੋਰਾਈਡ ਹਵਾ ਦੀ ਸਿੱਲ ਸੋਖ ਲੈਂਦਾ ਹੈ। ਕਿਉਂਕਿ ਤੁਸੀਂ ਕਿਰਿਆ ਵਿੱਚ ਦੇਖਿਆ ਸੀ ਕਿ ਤੀਸਰੀ ਜਿਹੜੀ ਪਰਖਨਲੀ ਸੀ ਉਹਦੇ ਵਿੱਚ ਅਸੀਂ ਲੋਹੇ ਦੀਆਂ ਮੇਖਾਂ ਨਾਲ ਕੀ ਪਾਇਆ ਸੀ? ਕੈਲਸ਼ੀਅਮ ਕਲੋਰਾਈਡ। ਕੈਲਸ਼ੀਅਮ ਕਲੋਰਾਈਡ ਨੇ ਹਵਾ ਦੀ ਜਿਹੜੀ ਸਿੱਲ ਸੀ ਉਹ ਸੋਖ ਲਈ ਸੀ ਔਰ ਉਹਨਾਂ ਮੇਖਾਂ ਨੂੰ ਪਾਣੀ ਨਹੀਂ ਮਿਲਿਆ ਸੀ, ਸਿਰਫ ਹਵਾ ਮਿਲੀ ਸੀ, ਇਸ ਕਰਕੇ ਉਹਨਾਂ ਮੇਖਾਂ ਨੂੰ ਜੰਗ ਨਹੀਂ ਲੱਗਿਆ ਸੀ।
ਹਾਂਜੀ ਬੱਚਿਓ, ਤਾਂ ਹੁਣ ਅਸੀਂ ਕੁਝ ਹੋਰ ਪ੍ਰਸ਼ਨ ਕਰਦੇ ਹਾਂ। ਪਹਿਲਾ ਪ੍ਰਸ਼ਨ, ਲੋਹੇ ਨੂੰ ਜੰਗ ਲੱਗਣ ਲਈ ਜ਼ਰੂਰੀ ਸ਼ਰਤਾਂ ਦੱਸੋ। ਹਾਂਜੀ, ਇਹਦਾ ਉੱਤਰ ਹੈ ਹਵਾ ਅਤੇ ਪਾਣੀ। ਪ੍ਰਸ਼ਨ ਨੰਬਰ 2, ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਦੇ ਤਰੀਕੇ ਦੱਸੋ। ਹਾਂਜੀ, ਇਸ ਪ੍ਰਸ਼ਨ ਦਾ ਉੱਤਰ ਹੈ ਪੇਂਟ ਕਰਕੇ, ਤੇਲ ਲਗਾ ਕੇ, ਗਰੀਸ ਲਗਾ ਕੇ, ਕ੍ਰੋਮੀਅਮ ਦੀ ਪਰਤ ਚੜਾ ਕੇ, ਗੈਲਵੈਨੀਕਰਨ ਕਰਕੇ। ਹਾਂਜੀ, ਅਗਲਾ ਪ੍ਰਸ਼ਨ, ਖੋਰ ਅਤੇ ਜੰਗ ਲੱਗਣ ਵਿੱਚ ਕੀ ਅੰਤਰ ਹੈ। ਹਾਂਜੀ, ਧਾਤਾਂ ਦਾ ਖੁਰਨਾ ਜਿਹੜਾ ਹੈ ਉਹ ਆਮ ਤੌਰ 'ਤੇ ਖੋਰ ਕਹਾਉਂਦਾ ਹੈ ਅਤੇ ਲੋਹਾ ਜਦੋਂ ਹਵਾ ਅਤੇ ਪਾਣੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ, ਜੰਗ ਲੱਗਣਾ, ਰਸਟਿੰਗ ਆਫ ਆਇਰਨ। ਹਾਂਜੀ, ਅਗਲਾ ਪ੍ਰਸ਼ਨ, ਇੱਕ ਲੋਹੇ ਦੇ ਟੁਕੜੇ ਉੱਤੇ ਤੇਲ ਲਗਾ ਕੇ ਉਸ ਨੂੰ ਜੰਗ ਕਿਉਂ ਨਹੀਂ ਲੱਗਦਾ। ਹਾਂਜੀ, ਤਾਂ ਜੋ ਹਵਾ ਅਤੇ ਪਾਣੀ ਦਾ ਸੰਪਰਕ ਰੁਕ ਸਕੇ। ਹਾਂਜੀ, ਅਗਲਾ ਪ੍ਰਸ਼ਨ, ਗੈਲਵੈਨੀਕਰਨ ਕੀ ਹੈ। ਜਦੋਂ ਇਸ ਪ੍ਰਸ਼ਨ ਦਾ ਉੱਤਰ ਹੈ ਜਦੋਂ ਲੋਹੇ ਦੇ ਉੱਪਰ ਜ਼ਿੰਕ ਦੀ ਪਰਤ ਚੜਾ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਗੈਲਵੈਨੀਕਰਨ ਕਿਹਾ ਜਾਂਦਾ ਹੈ। ਹਾਂਜੀ, ਅਗਲਾ ਪ੍ਰਸ਼ਨ, ਆਖਰੀ ਪ੍ਰਸ਼ਨ, ਲੋਹੇ ਨੂੰ ਜੰਗ ਲੱਗਣ ਦੀ ਰਸਾਇਣਿਕ ਸਮੀਕਰਨ ਦੱਸੋ। ਹਾਂਜੀ, ਇਹਦੀ ਰਸਾਇਣਿਕ ਸਮੀਕਰਨ ਹੈ Fe+O2+H2O, ਯਾਨੀ ਲੋਹੇ ਨੂੰ ਕੀ ਮਿਲਿਆ, ਆਕਸੀਜਨ ਅਤੇ ਪਾਣੀ, ਤੇ ਮਿਲ ਕੇ ਕੀ ਬਣਾਓਗੇ, ਜੰਗ, Fe2O3.XH2O। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਲੈਕਚਰ ਬਹੁਤ ਪਸੰਦ ਆਇਆ ਹੋਵੇਗਾ। ਧੰਨਵਾਦ।